असलामुअलैकुम गुड मॉर्निंग सोहणियो गुड मॉर्निंग ਤੇ ਗੁੱਡ ਮॉर्निंग ਤੁਹਾਨੂੰ ਮੈਂ ਹਸਬੇ ਆਦਤ ਕਹਿ ਦਿੰਨੀ ਆ ਲੇਕਿਨ ਹੁਣ ਤੇ ਪੈ ਚਲੀਆਂ ਨੇ ਸ਼ਾਮਾਂ ਤੇ ਤਕਰੀਬਨ ਮੇਰਾ ਖਿਆਲ ਮੈਂ ਟਾਈਮ ਦੇਖਿਆ ਨਹੀਂ ਹੈ 4 ਵਜੇ ਹੋਣਗੇ ਸ਼ਾਮ ਦੇ ਜਾਂ 4:30 ਵੱਜ ਗਏ ਹੋਣਗੇ ਇਸ ਦੇ ਲਗਭਗ ਦਾ ਟਾਈਮ ਹੋਣਾ ਵੀ ਤੇ ਬਈ ਅੱਜ ਬੜਾ ਸਨੀ ਡੇ ਵੇ ਮੈਂ ਤੁਹਾਨੂੰ ਦਿਖਾਨੀ ਆ ਇਹ ਦੇਖ ਲਓ ਜੀ ਇੰਨਾ ਸੋਹਣਾ ਅੱਜ ਦਿਨ ਨਿਕਲਿਆ ਨਾ ਇੰਨਾ ਸੋਹਣਾ ਅੱਜ ਦਿਨ ਨਿਕਲਿਆ ਵੇ ਕਿ ਬਸ ਗੱਲ ਛੱਡ ਦਵੋ ਕਿ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਐਸਾ ਦਿਨ ਯੂਕੇ ਵਿੱਚ ਬਹੁਤ ਘੱਟ ਹੁੰਦਾ ਵੇ ਸਾਡੀ ਕਿਸਮਤ 'ਚ ਬਹੁਤ ਘੱਟ ਹੁੰਦਾ ਵੇ ਕਿ ਜਿੱਦਣ ਫਿਰ ਇਸ ਤਰ੍ਹਾਂ ਦਾ ਦਿਨ ਆ ਜਾਂਦਾ ਹੈ ਔਰ ਸਪੈਸ਼ਲੀ ਵੀਕਐਂਡ ਵੀ ਹੋਵੇ ਤੇ ਬਸ ਬਈ ਫਿਰ ਲੋਕ ਬੜੇ ਖੁਸ਼ ਹੁੰਦੇ ਨੇ ਔਰ ਲੋਕ ਕਰਦੇ ਨੇ ਸਾਈਕਲਿੰਗ ਲੋਕ ਕਰਦੇ ਨੇ ਗਾਰਡਨਿੰਗ ਲੋਕ ਵਾਕਿੰਗ ਬਸ ਬਈ ਕਿੰਗ ਹੀ ਕਿੰਗ ਸਭ ਕੁਝ ਹੁੰਦਾ ਵੇ ਹਰ ਪਾਸੇ ਨਾ ਲੋਕ ਤੁਹਾਨੂੰ ਨਜ਼ਰ ਆਉਣਗੇ ਇਸ ਤਰ੍ਹਾਂ ਚਮਕਦੇ ਦਿਨ 'ਚ ਰੋਡਸ ਦੇ ਉੱਪਰ ਚੱਲਦੇ ਫਿਰਦੇ ਸਾਈਕਲਿੰਗ ਕਰਦੇ ਔਰ ਸਪੈਸ਼ਲੀ ਗਾਰਡਨਿੰਗ ਬਹੁਤ ਇੱਥੇ ਸ਼ੌਕ ਨਾਲ ਕੀਤੀ ਜਾਂਦੀ ਹੈ ਤੇ ਬੱਚਿਆਂ ਦੇ ਖੇਲਣ ਦੀਆਂ ਵੀ ਤੁਹਾਨੂੰ ਆਵਾਜ਼ਾਂ ਆ ਰਹੀਆਂ ਨੇ ਅੱਜ ਵਰਨਾ ਸਰਦੀ ਹੁੰਦੀ ਹੈ ਬੱਚੇ ਘਰਾਂ ਵਿੱਚ ਹੀ ਤੜੇ ਹੁੰਦੇ ਨੇ ਤੇ ਚਲੋ ਵੀ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਮੈਂ ਸਾਰਾ ਅੱਜ ਜਿਹੜਾ ਰੂਮ ਜਿਹੜਾ ਸਾਫ਼ ਕਰ ਦਿੱਤਾ ਵੇ ਬਹੁਤ ਜ਼ਿਆਦਾ ਇੱਥੇ ਖਲਾਰਾ ਪਿਆ ਹੋਇਆ ਸੀ ਤੇ ਉਹ ਫਿਰ ਮੈਂ ਸਾਫ਼ ਕੀਤਾ ਬੈਡਸ਼ੀਟ ਚੇਂਜ ਕੀਤੀ ਵਿੰਡੋਜ਼ ਸਾਫ਼ ਕੀਤੀਆਂ ਵਿੰਡੋਜ਼ 'ਚ ਥੋੜ੍ਹੀ ਉਹ ਵੀ ਆ ਗਈ ਸੀ ਕਾਈ ਵੀ ਆਈ ਸੀ ਉਹ ਸਾਫ਼ ਕੀਤੀ ਤੇ ਸਾਰਾ ਇਹ ਵਾਲੀ ਵਿੰਡੋ ਸਾਫ਼ ਕੀਤੀਆਂ ਬੈਡਸ਼ੀਟ ਸਾਰੀਆਂ ਚੇਂਜ ਕੀਤੀਆਂ ਤੇ ਇਹ ਦੇਖ ਲਓ ਬਈ ਇਹ ਇੰਨੇ ਸਾਰੇ ਜਿਹੜੇ ਨਾ ਇਹ ਸਾਰੇ ਖਿੜਕੀਆਂ ਸਾਫ਼ ਕਰ ਕਰਕੇ ਨਾ ਤੇ ਇਹ ਦੇਖੋ ਕਿੰਨਾ ਗੰਦ ਨਿਕਲਿਆ ਤੁਸੀਂ ਸੋਚ ਵੀ ਨਹੀਂ ਸਕਦੇ ਦੇਖਣ ਨੂੰ ਕਮਰਾ ਜਿਹੜਾ ਨਾ ਬੜਾ ਸਾਫ਼ ਲੱਗ ਰਿਹਾ ਹੁੰਦਾ ਵੇ ਪਰ ਇਹ ਜਦੋਂ ਵਿੰਡੋ ਸਾਫ਼ ਕੀਤੀਆਂ ਨੀਚੇ ਜਿਹੜੀਆਂ ਹੁੰਦੀਆਂ ਨੇ ਲੱਕੜੀ ਦੀਆਂ ਉਹ ਬਣੀ ਹੋਈ ਬਾਰਡਰ ਇਹ ਸਾਰਾ ਮੈਂ ਬੈਠ ਕੇ ਸਾਫ਼ ਕੀਤਾ ਵਿੰਡੋ ਸਾਫ਼ ਕੀਤੀਆਂ ਤੇ ਪੂਰਾ ਜਿਹੜਾ ਨਾ ਯਕੀਨ ਮੰਨੋ ਕਿ ਪੂਰਾ ਸ਼ੋਪਰ ਜਿਹੜਾ ਵਾਈਪਸ ਦਾ ਖਤਮ ਹੋ ਗਿਆ ਵੇ ਤੇ ਹੁਣ ਮੈਂ ਬਸ ਖਿੜਕੀਆਂ ਬੰਦ ਕਰਾਂਗੀ ਤੇ ਥੋੜਾ ਜਿਹਾ ਕਰ ਦਾਂਗੀ ਇੱਥੇ ਏਅਰ ਫਰੈਸ਼ਨਰ ਅਸੀਂ ਕਰ ਦੇਵਾਂਗੇ ਤਾਂ ਕਿ ਕਮਰਾ ਫਿਰ ਬੜਾ ਅੱਛਾ ਜਿਹਾ ਸਾਫ਼ ਹੋ ਗਿਆ ਵੇ ਤੇ ਬਸ ਬੱਚਿਆਂ ਦੀ ਤਿਆਰੀਆਂ ਹੋ ਰਹੀਆਂ ਨੇ ਮੇਰਾ तो मुस्तफ़ा का बेड तैयार हो चुका है साफ़ सुथरा बेड मुस्तफ़ा आएंगे तो हम दोनों यहाँ पे सोएंगे मुस्तफ़ा की फेवरेट मैंने बिछा दी है स्टार्स वाली बेडशीट मुस्तफ़ा को बड़ी चंगी लगती सी मुस्तफ़ा ने फरमाइश करके मंगवाई सी ते नाल सारा यूसुफ का भी बिस्तर मैं चेंज कर दिता है ਇਹਦਾ मैं कवर उतार दिता वे ਇਹ ਸਾਰੀਆਂ ਚਾਦਰਾਂ ਇੱਥੇ ਪਈਆਂ ਨੇ ਐਡੇ ਮੈਂ ਲਾਇਆ ਇੱਥੋਂ ਸਾਰਾ ਸਮਾਨ ਜਿਹੜਾ ਨਾ ਬੈੱਡਸ਼ੀਟ ਵਗੈਰਾ ਉਤਾਰੀਆਂ ਨੇ ਸਾਰੀਆਂ ਹੁਣ ਮੈਂ ਨੀਚੇ ਲੈ ਕੇ ਜਾਵਾਂਗੀ ਇਹ ਸਭ ਤੋਂ ਲਏਗਾ ਇਹਨਾਂ ਨੂੰ ਧੋਵਾਂਗੀ ਤੇ ਇਹਨੂੰ ਵੀ ਮੈਂ ਕੱਲ ਧੋ ਕੇ ਇਸ ਕਮਰੇ ਨੂੰ ਤਾਂ ਮੈਂ ਰੈਡੀ ਕਰ ਦਿੱਤਾ ਇਹ ਬਿਲਕੁਲ ਸਾਫ਼ ਹੋ ਗਿਆ ਕਲੀਨ ਹੋ ਗਿਆ ਤੇ ਬਈ ਇਸ ਤਰ੍ਹਾਂ ਫਿਰ ਕੰਮਕਾਜ ਸਾਡੇ ਚੱਲ ਰਹੇ ਨੇ ਲੇਕਿਨ ਭਲਾ ਹੋਵੇ ਧੁੱਪ ਨੇ ਵੀ ਬੜਾ ਹੀ ਨਾ ਕਰ ਦਿੱਤਾ ਅੱਜ ਕੰਮ ਕਿ ਅੱਜ ਇਸ ਤਰ੍ਹਾਂ ਅਹਿਸਾਸ ਹੋ ਰਿਹਾ ਕਿ ਜ਼ਿੰਦਗੀ ਦਾ ਅਹਿਸਾਸ ਹੋ ਰਿਹਾ ਨਿੱਘ ਲੱਗ ਰਿਹਾ ਔਰ ਚੰਗੀ ਜੀ ਹੋ ਰਹੀ ਹੈ ਤੇ ਹੁਣ ਮੈਂ ਥੱਕ ਬਹੁਤ ਗਈ ਸਾਂ ਕੰਮ ਕਰਦੇ ਮੈਨੂੰ ਇੰਨੀ ਥਕਾਵਟ ਹੋ ਗਈ ਨਾ ਯਕੀਨ ਮੰਨੋ ਕਿ ਮੈਂ ਬਹੁਤ ਥੱਕ ਗਈ ਤੇ ਮੈਂ ਕਿਹਾ ਕਿ ਚਲੋ ਹੁਣ ਮੈਂ ਥੋੜਾ ਜਿਹਾ ਨਾ ਰੈਸਟ ਲੈਣੀ ਆ ਥੋੜਾ ਜਿਹਾ ਕੁਛ ਬ੍ਰੇਕ ਲੈ ਲਈਏ ਜੇ ਬੱਚੇ ਲੈਂਦੇ ਹੁੰਦੇ ਨੇ ਸਕੂਲ ਦੇ ਬੱਚੇ ਛੋਟੇ ਬ੍ਰੇਕ ਲੈਂਦੇ ਹੁੰਦੇ ਨੇ ਤੇ ਲੋ ਵੀ ਸਨੇਕਰਸ ਖਾਣ ਲੱਗੀ ਆ ਮੈਂ ਉਸ ਬਾਅਦ ਉਸ ਦਿਨ ਦੇਖ ਕੇ ਕਿਹਾ ਕਿ ਬਾਜੀ ਇੱਕ ਮੇਰੀ ਜਿਸ ਦਿਨ ਮੈਂ ਖਰੀਦਿਆ ਸੀ ਤੇ ਉਸ ਬਾਅਦ ਵੀ ਇੱਕ ਨਹੀਂ ਤੇ ਤੁਹਾਡੀ ਸਾਰੀਆਂ ਹੀ ਤੁਹਾਡੀਆਂ ਨੇ ਉਹ ਵੀ ਤੁਹਾਡੇ ਵੱਲ ਮੂੰਹ ਕਰਕੇ ਖਾਣੀ ਆ ਇਸ ਵੇਲੇ ਇੰਨੀ ਭੁੱਖ ਪੇ ਲੱਗਦੀ ਸੀ ਇੰਨਾ ਹੋ ਰਿਹਾ ਸੀ ਨਾ ਕਿ ਕੁਛ ਖਾਈਏ ਥੋੜ੍ਹਾ ਜਿਹਾ ਬੈਠਾਂ ਸਾਹ ਲਵਾਂ ਫਿਰ ਵਿੰਡੋਜ਼ ਬੰਦ ਕਰਾਂਗੀ ਔਰ ਕੱਪੜੇ ਜਿਹੜੇ ਨੇ ਉਹ ਧੋਣ ਵਾਲੇ ਚੁੱਕ ਕੇ ਲੈ ਕੇ ਨੀਚੇ ਜਾਵਾਂਗੀ ਤੇ ਫਿਰ ਮੈਂ ਜਾ ਕੇ ਨਾ ਲੈ ਕੇ ਕੋਕ डाइट कोला सी बुखार जिहा आ गया छोटा जिहा डाइट कोला मैं पीनी आ कोशिश कर रहे हैं कि ना पीए पर है कि फिर वो आदत बन जाती है लेकिन हुण मैनूं प्यास लग रही सी तो मैं क्या चलो मैं पी लैनी हाँ थोड़ा जिहा खा लवां चॉकलेट तो मैनूं थोड़ी जी तवानाई आ जाए ताकि बाकी का जिहड़ा थोड़ा जिहा कम रह गया इस कमरे का बस वो मैं करके विंडोज़ वगैरह बंद करके नीचे जावांगी तो फिर मैं आराम नाल बैठ के नहाना भी है हले मैं नहा के जावांगी नीचे फिर जाके चाह पीवांगी तो मैं क्या मैं तुहाडे नाल थोड़ा जिहा खिताब कर लवां मैनूं वो ज़माने याद आ गए कोक पींदे जो यह चीज़ां सानूं दस्तियाब नहीं सन
ਅਸੀਂ ਕਦੀ ਦੇਖੀਆਂ ਹੀ ਨਹੀਂ ਸਨ, ਅਸੀਂ ਕਦੀ ਸੁਣਿਆ ਹੀ ਨਹੀਂ ਸੀ, ਕਿਸ ਤਰ੍ਹਾਂ ਸੋਚਿਆ ਵੀ ਨਹੀਂ ਸੀ ਕੈਨ ਵਿੱਚ ਵੀ ਚੀਜ਼ਾਂ ਆ ਜਾਣਗੀਆਂ ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਸਾਨੂੰ ਮਿਲਣਗੀਆਂ ਕਿ ਰੰਗ ਬਰੰਗੇ ਮਸ਼ਰੂਬਾਤ ਅਸੀਂ ਕੈਨ ਵਿੱਚ ਪੀਆ ਕਰਾਂਗੇ। ਕਦੀ ਇਸ ਜ਼ਿੰਦਗੀ ਦਾ ਸੋਚਿਆ ਵੀ ਨਹੀਂ ਸੀ ਕਦੀ ਜ਼ਿੰਦਗੀ 'ਚ ਸਾਡੇ ਮੰਜ਼ਰ ਆਏਗਾ। ਉਸ ਜ਼ਮਾਨੇ ਵਿੱਚ ਜਿਹੜੇ ਸਾਦੇ ਸਾਦੇ ਜ਼ਮਾਨੇ ਹੁੰਦੇ ਸਨ, ਇੰਨੀਆਂ ਦੁਕਾਨਾਂ ਸ਼ੌਪਸ, ਹੁਣ ਤਾਂ ਦੁਕਾਨਾਂ ਨੇ ਉਹਨਾਂ ਵਿੱਚ ਡੀਪ ਫਰੀਜ਼ਰ ਪਏ ਨੇ, ਉਹਦੇ ਵਿੱਚ ਆਈਸਕ੍ਰੀਮ ਤੁਹਾਨੂੰ ਦਸਤਿਆਬ ਹੁੰਦੀ ਹੈ, ਠੰਡੀਆਂ ਬੋਤਲਾਂ ਮਿਲ ਜਾਂਦੀਆਂ ਨੇ, ਹਰ ਚੀਜ਼ ਮਿਲ ਜਾਂਦੀ ਹੈ। ਲੇਕਿਨ ਜਿਹੜਾ ਜ਼ਮਾਨਿਆਂ ਦਾ ਮੈਂ ਜ਼ਿਕਰ ਕਰ ਰਹੀ ਹਾਂ ਉਦੋਂ ਇੰਨੀਆਂ ਦੁਕਾਨਾਂ ਹੀ ਨਹੀਂ ਹੁੰਦੀਆਂ ਸਨ, ਦੂਰ ਦੂਰ ਬਾਜ਼ਾਰ ਹੁੰਦੇ ਸਨ। ਸੁਬਾਹ ਸੁਬਾਹ ਲੋਕ ਤੜਕੇ ਤੜਕੇ ਜਾਂਦੇ ਸਨ, ਤੜਕੇ ਤੋਂ ਮੁਰਾਦ ਹੈ ਕਿ ਨਾਸ਼ਤਾ ਕਰਕੇ ਲੋਕ ਨਿਕਲ ਗਏ, ਸਬਜ਼ੀ ਭਾਜੀ ਲੈ ਆਏ, ਸਵੇਰੇ ਸੇ ਮਤਲਬ ਗਏ 5-6 ਵਜੇ ਬਾਜ਼ਾਰ ਬੰਦ ਹੋ ਜਾਂਦੇ ਸਨ। ਸਬਜ਼ੀ ਲੈ ਆਵੋ, ਕੋਈ ਗੋਸ਼ਤ ਲਿਆਉਣਾ ਹੈ, ਕਿਸੇ ਨੇ ਆਟਾ ਲਿਆਉਣਾ ਹੈ, ਕਿਸੇ ਨੂੰ ਕੱਪੜਾ ਲਿਆਉਣਾ ਹੈ, ਕੋਈ ਜੁੱਤੀ ਲੈਣੀ ਹੈ, ਬਸ ਉਸ ਤੋਂ ਪਹਿਲੋਂ ਪਹਿਲੋਂ ਜਾ ਕੇ ਲੋਕ ਪੈਦਲ ਜਾਂਦੇ ਸਨ, ਬਾਜ਼ਾਰਾਂ ਤੋਂ ਲੈ ਕੇ ਆ ਜਾਂਦੇ ਸਨ। ਲੇਕਿਨ ਇਸ ਤਰ੍ਹਾਂ ਕੋਲਾ ਮਸ਼ਰੂਬਾਤ, ਆਈਸਕ੍ਰੀਮਸ, ਇਹ ਚੀਜ਼ਾਂ ਦਸਤਿਆਬ ਨਹੀਂ ਸਨ ਉਹਨਾਂ ਜ਼ਮਾਨਿਆਂ 'ਚ, ਅਤੇ ਅਸੀਂ ਕਦੀ ਵੀ ਪੀਤਾ ਨਹੀਂ ਸੀ। ਮਹਿਮਾਨ ਆਉਂਦੇ ਸਨ ਅਤੇ ਅਗਰ ਨਿੰਬੂ ਦਾ ਸੀਜ਼ਨ ਹੈ ਤਾਂ ਸਕੰਜਵੀ ਬਣ ਜਾਂਦੀ ਹੁੰਦੀ ਸੀ ਕਿ ਸਕੰਜਵੀ ਬਣਨੀ। ਸਕੰਜਵੀ ਬੜੀ ਸਾਡਾ ਦੇਸੀ ਮਸ਼ਰੂਬ ਹੈ, ਇੰਨਾ ਚੰਗਾ ਵੇ ਨਾ ਕਿ ਮੈਂ ਕਹਿੰਦੀ ਹਾਂ ਸ਼ਾਇਦ ਸਕੰਜਵੀ ਨਾਲੋਂ ਬਿਹਤਰ ਕੋਈ ਮਸ਼ਰੂਬ ਨਹੀਂ ਹੈ। ਸਾਡੀ ਲੱਸੀ, ਲੱਸੀ ਵੀ ਬਹੁਤ ਜ਼ਬਰਦਸਤ। ਲੇਕਿਨ ਉਹਨਾਂ ਜ਼ਮਾਨਿਆਂ 'ਚ ਲੱਸੀ ਔਰ ਇਹਨਾਂ ਚੀਜ਼ਾਂ ਨਹੀਂ, ਗਰਮੀਆਂ ਵੀ ਲੋਕ ਕੱਢਦੇ ਸਨ, ਕੋਈ ਮਹਿਮਾਨ ਦੀ ਤਵਾਜ਼ੋ ਵੀ ਕਰ ਦਿੱਤੀ ਜਾਂਦੀ ਸੀ। ਔਰ ਫਿਰ ਲਾਲ ਸ਼ਰਬਤ ਹੀ ਹੁੰਦਾ ਸੀ ਜ਼ਿਆਦਾਤਰ ਘਰਾਂ 'ਚ ਵੀ, ਲਾਲ ਸ਼ਰਬਤ ਮਹਿਮਾਨ ਆਇਆ, ਲਾਲ ਸ਼ਰਬਤ ਦੀ ਬੋਤਲ ਹਾਜ਼ਰ, ਤਾਂ ਜੋ ਹੁਕਮ ਮੇਰੇ ਆਕਾ, ਤੇ ਉਹ ਆ ਜਾਂਦਾ ਹੁੰਦਾ ਸੀ ਜਿੰਨ ਸਮਝੋ ਨਿਕਲ ਕੇ ਕਿ ਲਾਲ ਸ਼ਰਬਤ ਹਰ ਘਰ 'ਚ ਮਸ਼ਹੂਰ ਹੁੰਦਾ ਸੀ। ਔਰ ਬਸ ਜਿੱਥੇ ਜਾਣਾ ਲਾਲ ਸ਼ਰਬਤ ਪੀਣਾ। ਅਤੇ ਬੋਤਲ ਦਾ ਤਾਂ ਸਵਾਲ ਹੀ ਨਹੀਂ ਸੀ ਕਿ ਬੋਤਲ ਤੋਂ ਮੁਰਾਦ ਇੱਕ ਕੋਲਡ ਡਰਿੰਕ, ਆਮ ਜ਼ੁਬਾਨ 'ਚ ਉਹਨੂੰ ਬੋਤਲ ਹੀ ਕਿਹਾ ਜਾਂਦਾ ਸੀ। ਬੋਤਲ ਸਿਰਫ ਉਦੋਂ ਦਸਤਿਆਬ ਹੁੰਦੀ ਸੀ ਸਾਨੂੰ ਜਦੋਂ ਅਸੀਂ ਸਾਲ ਬਾਅਦ ਸਿਆਲਕੋਟ ਜਾਂਦੇ ਹੁੰਦੇ ਸਾਂ। ਅਤੇ ਸਿਆਲਕੋਟ ਦੇ ਨਾਂ 'ਤੇ ਮੈਨੂੰ ਪਤਾ ਸ਼ੀਲ ਨੇ ਬੜੇ ਖੁਸ਼ ਹੋ ਜਾਣਾ ਵੇ। ਅਤੇ ਸਿਆਲਕੋਟ ਜਾਣਾ ਟ੍ਰੇਨ ਦਾ ਸਫ਼ਰ ਹੁੰਦਾ ਸੀ, ਅਤੇ ਸਾਲ ਬਾਅਦ ਛੁੱਟੀਆਂ 'ਚ ਦਾਦੀ ਕੋਲ ਜਾਂਦੇ ਹੁੰਦੇ ਸਾਂ, ਉਦੋਂ ਟ੍ਰੇਨ ਵਿੱਚ ਬੋਤਲ ਵਾਲਾ ਆਉਂਦਾ ਹੁੰਦਾ ਸੀ। ਅਤੇ ਬੋਤਲ ਵਾਲਾ ਨੇ ਆਉਣਾ ਟ੍ਰੇਨ ਵਿੱਚ, ਉਹਨੇ ਵਰਦੀ ਸ਼ਰਦੀ ਪਾਈ ਹੁੰਦੀ ਸੀ, ਅਤੇ ਨਾਲ ਇੱਕ ਹੱਥ ਵਿੱਚ ਐਸਾ ਬਾਲਟੀ ਹੁੰਦੀ ਸੀ, ਬਾਲਟੀ ਚੰਨ ਚੁੱਕੀ ਹੁੰਦੀ ਸੀ। ਸਖਤ ਮੁਸ਼ੱਕਤ ਦਾ ਵੀ ਕੰਮ ਸੀ, ਲੇਕਿਨ ਸਾਨੂੰ ਉਸ ਵੇਲੇ ਬਿਲਕੁਲ ਮੁਸ਼ੱਕਤਾਂ ਦਾ ਪਤਾ ਨਹੀਂ ਸੀ ਕਿ ਕੋਈ ਮੁਸ਼ੱਕਤ ਕਰ ਰਿਹਾ। ਸਾਨੂੰ ਤਾਂ ਗਰਜ਼ ਹੁੰਦੀ ਸੀ ਕਿ ਹਾਏ ਅੱਲਾ ਸਾਨੂੰ ਬੋਤਲ ਪੀਣ ਨੂੰ ਮਿਲਣੀ। ਸਾਨੂੰ ਨਹੀਂ ਪਤਾ ਸੀ ਕਿ ਵਿਚਾਰਾ ਰੋਜ਼ੀ ਰੋਟੀ ਲਈ ਨਿਕਲਿਆ ਹੋਇਆ ਵੇ ਅਤੇ ਆਪਣੇ ਬੱਚਿਆਂ ਲਈ ਸਾਨੂੰ ਬਸ ਹੁੰਦਾ ਸੀ ਬੋਤਲ ਵਾਲਾ ਆ ਗਿਆ ਬਸ ਬਈ। ਅਤੇ ਉਹ ਬੋਤਲ ਵਾਲੇ ਨੇ ਫਿਰ ਜੋ ਅੰਦਰ ਡੱਬੇ 'ਚ ਚੜ੍ਹਨਾ ਨਾ, ਫਿਰ ਉਦੋਂ ਟ੍ਰੇਨ 'ਚ ਅਸੀਂ ਇੱਕ ਡੱਬੇ ਤੋਂ ਚੜ੍ਹਦੇ ਸਨ, ਫਿਰ ਅਗਲਾ ਸਟੇਸ਼ਨ ਆਉਂਦਾ ਸੀ, ਅਗਲੇ ਡੱਬੇ 'ਚ ਚੜ੍ਹਦੇ ਸਨ, ਇਸ ਤਰ੍ਹਾਂ ਹੁੰਦਾ ਸੀ। ਉਹਨੇ ਜਦੋਂ ਸਾਡੇ ਡੱਬੇ 'ਚ ਬਸ ਆਵਾਜ਼ ਆ ਜਾਣੀ ਨਾ, बोतल बोतल वाला, ठंडी बोतल, बोतल बोतल वाला, ठंडी बोतल, ਓਏ ਹੋਏ ਜਦੋਂ ਆਵਾਜ਼ ਆਉਂਦੀ ਸੀ ਅਸੀਂ ਤਾਂ ਹੋ ਜਾਂਦੇ ਸੀ ਪਾਗਲ। ਇੰਨਾ ਦੇਖ ਕਰਨਾ ਕਿ ਬਸ ਫਟਾਫਟ ਸਾਡੇ ਸਾਹਮਣੇ ਆ ਜਾਓ, ਉਹਨੇ ਚੱਲਦੇ ਚੱਲਦੇ ਅੱਗੇ ਆਉਣਾ। ਅਸੀਂ ਇੰਨੇ ਸ਼ਰੀਫ ਬਣ ਕੇ ਬੈਠੇ ਹੁੰਦੇ ਸਾਂ ਕਿ ਅੱਬੂ ਵੱਲ ਦੇਖ ਰਹੇ ਹੁੰਦੇ ਸਾਂ, ਇਸ ਤਰ੍ਹਾਂ ਨਜ਼ਰ ਆਉਣਾ ਕਿ ਅੱਬੂ ਜੀ ਹੁਣ ਕਿਤੇ ਕੋਈ ਹੁਕਮ ਸਾਦਰ ਕਰਨ, ਕੁਛ ਕਹਿਣ ਸਾਨੂੰ, ਅਤੇ ਅਸੀਂ ਅਤੇ ਅੱਬੂ ਨੂੰ ਪਤਾ ਹੁੰਦਾ ਸੀ, ਆਪਣੀ ਔਲਾਦ ਦਾ ਕਿਹਨੂੰ ਨਹੀਂ ਪਤਾ ਹੁੰਦਾ, ਅੱਬੂ ਨੂੰ ਪਤਾ ਹੁੰਦਾ ਸੀ ਕਿ ਮੇਰੇ ਬੱਚੇ ਨਦੀਦ ਦੇ ਬੋਤਲਾਂ ਵਾਸਤੇ ਬੈਠੇ ਨੇ। ਉਹ ਜਿਵੇਂ ਅੱਬੂ ਨੇ ਕਹਿਣਾ ਪੀਣੀ ਹੈ, ਅਸੀਂ ਕਹਿਣਾ ਨਾ ਕਿਉਂ ਕਰੀਏ ਬਈ, ਇਹ ਸਾਲ ਪੂਰਾ ਸਾਲ ਅਸੀਂ ਇਸ ਮੌਕੇ ਲਈ ਉਡੀਕਦੇ ਰਹੇ ਹਾਂ, ਅਤੇ ਹੁਣ ਅਸੀਂ ਮਨਾ ਕਰ ਦਈਏ। ਅਸੀਂ ਫਟਾਫਟ ਮੁੰਡੀਆਂ ਹਿਲਾਣੀਆਂ, ਅੱਬੂ ਨੇ ਕਹਿਣਾ ਚਲੋ ਵੀ ਉਹ ਸਾਰਿਆਂ, ਉਹਨੇ ਫਿਰ ਇੱਕ ਇੱਕ ਬੋਤਲ ਸਾਰਿਆਂ ਨੂੰ ਖੋਲ ਕੇ ਦੇ ਦੇਣੀ। ਟੜਿਕ ਟੜਿਕ ਇੱਕ ਆਵਾਜ਼ ਆਉਂਦੀ ਸੀ, ਸਾਊਂਡ ਆਉਂਦਾ ਸੀ ਡਿਜ਼ ਡਿਜ਼ ਕਰਕੇ, ਉਹਨੇ ਦੇ ਦੇਣੀ। ਬਸ ਬਈ ਸਾਨੂੰ ਨਹੀਂ ਪਤਾ ਹੁੰਦਾ ਸੀ ਫੰਟਾ ਵੇ, ਸਾਨੂੰ ਨਹੀਂ ਪਤਾ ਸੀ ਕੋਕਾ ਕੋਲਾ ਵੇ, ਸਾਨੂੰ ਨਹੀਂ ਪਤਾ ਪਕੋਲਾ ਕੀ ਹੈ ਬਈ, ਬੋਤਲ ਹੈ ਪੀ ਲਵੋ ਬਸ, ਉਹਨੂੰ ਪੀ ਜਾ ਤੱਕ ਤੱਕਾ ਕੇ ਸੁਰ ਬੰਨੇਗਾ ਅੰਦਰ ਜਾ ਕੇ। ਉਹ ਹਿਸਾਬ ਸਾਡਾ ਹੁੰਦਾ ਸੀ ਕਿ ਅਸੀਂ ਤਾਂ ਬਈ ਪੀ ਲੈਂਦੇ ਹੁੰਦੇ ਸਾਂ। ਉਸ ਤੋਂ ਫਿਰ ਇੰਨਾ ਮਜ਼ਾ ਆਉਣਾ ਪੂਰੇ ਸਾਲ, ਥੋੜ੍ਹੇ ਥੋੜ੍ਹੇ ਕਰ ਅੱਲਾ ਮੀਆਂ ਬੋਤਲ ਮੁੱਕੇ ਹੀ ਨਾ। ਸਾਡੇ ਵਾਸਤੇ ਇਸ ਤਰ੍ਹਾਂ ਸੀ ਆਬੇ ਹਯਾਤ ਅਸੀਂ ਪੀ ਰਹੇ ਹਾਂ, ਪਰ ਹੁਣ ਜ਼ਿੰਦਗੀ ਸਾਨੂੰ ਫਿਰ ਮਿਲਣਾ ਨਹੀਂ ਹੈ ਦੁਬਾਰਾ। ਅਤੇ ਉਹ ਜ਼ਮਾਨਾ ਕੈਸਾ ਜ਼ਮਾਨਾ ਸੀ ਕਿ ਬੱਚਿਆਂ ਨੂੰ ਇਹ ਚੀਜ਼ਾਂ ਦਸਤਿਆਬ ਹੀ ਨਹੀਂ ਹੁੰਦੀਆਂ ਸਨ। ਸਾਲ 'ਚ ਇੱਕ ਦਫਾ ਬੋਤਲ ਪੀ ਲੈਣੀ ਅਤੇ ਖੁਸ਼ ਹੋ ਜਾਣਾ, ਅਤੇ ਫਿਰ ਵਾਪਸ ਆ ਕੇ ਉਸ ਨਵੇਂ ਸਫ਼ਰ ਦਾ ਤਿਆਰੀ ਅਸੀਂ ਇੰਤਜ਼ਾਰ ਸ਼ੁਰੂ ਕਰ ਦੇਣਾ ਕਿ ਅੱਲਾ ਅਸੀਂ ਸਿਆਲਕੋਟ ਜਾਵਾਂਗੇ, ਫਿਰ ਬੋਤਲ ਪੀਣ ਨੂੰ ਮਿਲੇਗੀ, ਅਤੇ ਫਿਰ ਅਸੀਂ ਬੋਤਲ ਪੀਵਾਂਗੇ। ਅਤੇ ਉਹ ਦਿਨ ਹੁੰਦੇ ਸਨ ਇਸ ਤਰ੍ਹਾਂ ਖੂਬਸੂਰਤ। ਫਿਰ ਆਹਿਸਤਾ ਆਹਿਸਤਾ ਜ਼ਮਾਨਾ ਥੋੜ੍ਹਾ ਬਦਲਦਾ ਗਿਆ, ਫਿਰ ਬੋਤਲਾਂ ਜਿਹੜੀਆਂ ਨੇ ਦੁਕਾਨਾਂ 'ਤੇ ਵੀ ਆਉਣ ਲੱਗ ਗਈਆਂ। ਆਮ ਜ਼ੁਬਾਨ 'ਚ ਹੁਣ ਤਾਂ ਕੋਲਡ ਡਰਿੰਕਸ ਕਹਿੰਦੇ ਨੇ ਬਈ, ਜੇ ਤੁਸੀਂ ਬੋਤਲ ਕਹਿ ਦੇਵੋ ਤੁਹਾਡੇ ਵੱਲ ਕੋਈ ਮੁੜ ਕੇ ਐਸਾ ਦੇਖੇਗਾ ਵੀ ਇਹ ਪਾਗਲ ਹੈ, ਕੀ ਬੋਤਲ ਪਿਆ ਕਹਿੰਦਾ। ਅੱਜ ਕੱਲ੍ਹ ਕਹਿੰਦੇ ਕੋਲਡ ਡਰਿੰਕਸ, ਉਹ ਜ਼ਿਆਦਾ ਜ਼ਰਾ ਚੰਗਾ ਲੱਗਦਾ ਵੇ, ਭਾਰੀ ਵਜ਼ਨ ਉਹਦਾ ਅੱਛਾ ਵੇ ਕਹਿਣ ਵਿੱਚ, ਥੋੜ੍ਹੀ ਗੜੀ ਸ਼ੋਸ਼ਾ ਨਾ ਹੋ ਜਾਂਦੀ।
ਸਾਦੀਆਂ ਜ਼ਮਾਨਿਆਂ 'ਚ ਬੋਤਲ ਹੀ ਕਹਿ ਦਿੱਤਾ ਜਾਂਦਾ ਸੀ। ਉਹ ਬੋਤਲ ਜੋ ਹੁੰਦੀ ਸੀ ਸ਼ੀਸ਼ੇ ਦੀ, ਉਹਦੇ 'ਚ ਆਉਂਦੀ ਸੀ ਵੀ ਬੋਤਲ ਪੀਣੀ ਹੈ। ਤੇ ਬੋਤਲ ਦਾ ਫਿਰ ਜ਼ਮਾਨਾ ਆ ਗਿਆ ਜਦੋਂ ਥੋੜੀ ਦੁਕਾਨਾਂ ਖੁੱਲ ਗਈਆਂ, ਪਰ ਬੋਤਲ ਉਹ ਦੁਕਾਨਾਂ ਵਾਲਿਆਂ ਨੇ ਲਿਆ ਕੇ ਉਹਨਾਂ ਕੋਲ ਇੱਕ ਹੁੰਦਾ ਸੀ, ਉਹਨੂੰ ਇੱਕ ਰੈਕ ਟਾਈਪ ਹੁੰਦਾ ਸੀ, ਉਹਦੇ ਵਿੱਚ ਐਸਾ ਬੋਤਲਾਂ ਰੱਖੀਆਂ ਹੁੰਦੀਆਂ ਸਨ, ਕ੍ਰੇਟ ਕਹਿੰਦੇ ਸਨ ਉਹਨੂੰ। ਪਰ ਇਹ ਵੀ ਕਿ ਉਹ ਦੁਕਾਨਾਂ ਵਾਲਿਆਂ ਕੋਈ ਹੁੰਦਾ ਸੀ, ਫਿਰ ਲੋਕ ਜਾ ਕੇ 2-4 ਬੋਤਲਾਂ ਫੜ ਕੇ ਲੈ ਕੇ ਆਉਂਦੇ ਸਨ। ਮਹਿਮਾਨ ਜਿੰਨੇ ਆਉਂਦੇ ਸਨ ਉਹ ਗਿਣਤੀ ਹੁੰਦੀ ਸੀ ਕਿ ਕਿੰਨੇ, 4 ਬੰਦੇ ਆਏ ਨੇ, ਚਲੋ ਵੀ 4 ਬੋਤਲਾਂ ਫੜ ਲਿਆਓ, 5 ਬੰਦੇ ਆਏ ਨੇ ਤੇ 5 ਫੜ ਲਿਆਓ। ਤੇ ਬੱਚੇ ਫਿਰ ਦੇਖਦੇ ਰਹਿੰਦੇ ਸਨ ਹਸਰਤ ਨਾਲ ਕਿ ਹਾਏ, ਤੇ ਹਾਏ ਮੇਰੀ ਅੰਗੂਠੀਆਂ ਵਾਲਾ ਹਿਸਾਬ ਹੁੰਦਾ ਸੀ ਕਿ ਇੰਨੀ ਹਸਰਤ ਨਾਲ ਉਹਨਾਂ ਨੂੰ ਦੇਖਣ ਸਮੇਂ ਮਨ ਨੂੰ ਕਿ ਵਿਚਾਰੇ ਸਾਡੇ ਸਾਹਮਣੇ ਬਹਿ ਕੇ ਬੋਤਲਾਂ ਪੀਂਦੇ ਨੇ। ਫਿਰ ਜ਼ਮਾਨਾ ਆਇਆ, ਇੱਕ ਐਸਾ ਜ਼ਮਾਨਾ ਆਇਆ ਕਿ ਚਲੋ ਘਰ 'ਚ ਫਰਿੱਜ ਆ ਗਈ। ਫਰਿੱਜ ਆਉਣ ਦੇ ਨਾਲ ਇਹ ਹੋ ਗਿਆ ਸੀ ਕਿ ਦੁਕਾਨ ਤੋਂ ਬੋਤਲ ਸਾਦੀ ਮਿਲਦੀ ਸੀ, ਮਹਿਮਾਨ ਨੂੰ ਵੀ ਥੋੜੀ ਠੰਡੀ ਮਿਲਣ ਲੱਗ ਗਈ ਕਿ ਲਿਆ ਕੇ ਬਰਫ਼ ਦੀ ਕਿਊਬਸ ਪਾ ਕੇ ਨਾ ਤੇ ਗਲਾਸਾਂ ਵਿੱਚ ਪਾਈ ਜਾਂਦੀ ਸੀ ਕਿ ਵੀ ਚਲੋ ਗਲਾਸਾਂ 'ਚ ਪਾ ਕੇ ਠੰਡੀ ਕਰਕੇ ਦੇ ਦੇਵੋ। ਕਿ ਉਸ ਜ਼ਮਾਨੇ 'ਚ ਐਸਾ ਸ਼ਾਪਸ ਵਗੈਰਾ ਤੇ ਵੀ ਡੀਪ ਫਰੀਜ਼ਰ ਵਗੈਰਾ ਨਹੀਂ ਹੁੰਦੇ ਸਨ ਕਿ ਬੋਤਲਾਂ ਠੰਡੀਆਂ ਸਾਦੀਆਂ ਇਸ ਪਈਆਂ ਹੁੰਦੀਆਂ ਸਨ, ਲੋਕ ਬੋਤਲ ਲੈ ਆਉਂਦੇ ਹੁੰਦੇ ਸਨ, ਬਈ ਚਲੋ ਵੀ ਪੀ ਲਓ। ਫਿਰ ਜਦੋਂ ਉਹ ਜ਼ਮਾਨਾ ਆਇਆ ਕਿ ਜਦੋਂ ਕਿ ਕਹਿੰਦੇ ਨੇ ਦੁਕਾਨ ਤੋਂ ਬੋਤਲ ਲੈਣੀ, ਘਰ 'ਚ ਫਰਿੱਜ ਆ ਗਈ ਸੀ, ਤੇ ਬਸ ਫਿਰ ਜਿਹੜਾ ਥੋੜੀ ਇੱਕ ਘੁੱਟ ਪੀਣ ਨੂੰ ਮਿਲ ਜਾਂਦੀ ਸੀ। ਤੇ ਦੇ ਬਜਾਏ ਨਾ 4 ਬਰਫ਼ ਦੀਆਂ ਡਲੀਆਂ ਪਾਣੇ ਨੇ ਗਲਾਸ ਵਿੱਚ ਕਿ ਯਾਰ 4 ਬਰਫ਼ ਦੀਆਂ ਡਲੀਆਂ ਪਾ ਦਿਓ ਤੇ ਥੋੜੀ ਜਿਹੀ ਬੋਤਲ ਬਚ ਜਾਏਗੀ, ਘੁੱਟ ਪੀ ਲਵਾਂਗੇ ਆਖਰ 'ਚ। ਉਹ ਜਿਹੜੇ ਨੇ ਮਹਿਮਾਨ ਨੇ, 4 ਮਹਿਮਾਨ ਆਏ ਨੇ ਨਾ, ਤੇ 4 ਬੋਤਲਾਂ ਆਈਆਂ ਨੇ, ਤੇ ਉਹ 4 ਡਲੀਆਂ ਪਾ ਕੇ ਬਣਾ ਥੋੜੀ ਬੋਤਲ ਬਚਾ ਲੈਣੀ। ਉਹ ਸਾਰਿਆਂ ਨੇ ਨਾ ਫਿਰ ਇੱਕ ਘੁੱਟ ਪੀ ਲੈਣੀ। ਯਾਰ ਥੋੜੀ ਜਿਹੀ ਅਸੀਂ ਪੀ ਲਈਏ ਤੇ ਫਿਰ ਥੋੜੀ ਜਿਹੀ ਸਹੂਲਤ ਹੋ ਗਈ ਕਿ ਸਾਲ ਤੋਂ ਬਾਅਦ ਫਿਰ ਇਹ ਹੋ ਗਿਆ ਕਿ ਸਾਨੂੰ ਇੱਕ ਘੁੱਟ ਤੇ ਕਦੀ ਕਿਸੇ ਮਹਿਮਾਨ ਆਉਣ 'ਤੇ ਵੀ ਮਿਲ ਜਾਂਦਾ ਹੁੰਦਾ ਸੀ। ਤੇ ਅਸੀਂ ਫਿਰ ਬੜਾ ਕਹਿਣਾ ਕਿ ਇੱਕ ਘੁੱਟ ਮੈਨੂੰ ਵੀ ਦੇ ਦੇ ਯਾਰ, ਬਚਾਏ ਥੋੜ੍ਹਾ ਜ਼ਿਆਦਾ ਬਰਫ਼ ਪਾ ਦਿਓ ਬਈ, ਇਹਦੇ 'ਚ ਬਰਫ਼ ਬਹੁਤੀ ਪਾਓ ਤਾਂ ਕਿ ਥੋੜੀ ਜਿਹੀ ਬੋਤਲ ਸਾਡੇ ਵਾਸਤੇ ਬਚ ਜਾਵੇ। ਤੇ ਇਸ ਤਰ੍ਹਾਂ ਬੋਤਲ ਅਸੀਂ ਪੀਂਦੇ ਹੁੰਦੇ ਸਾਂ। ਤੇ ਉਹ ਜ਼ਮਾਨੇ ਨਾਯਾਬ ਹੋ ਗਏ। ਉਹਨਾਂ ਜ਼ਮਾਨਿਆਂ ਦੀ ਸਿਰਫ ਯਾਦਾਂ ਰਹਿ ਗਈਆਂ ਕਿ ਜਦੋਂ ਬੋਤਲ ਪੀਣ ਵਾਸਤੇ ਵੀ ਬੱਚੇ ਕਿੰਨਾ ਹੁੰਦੇ ਸਨ ਕਿ ਬਈ ਸਾਨੂੰ ਕੋਈ ਪਿਲਾ ਦੇਵੇ ਔਰ ਸਾਨੂੰ ਕੋਈ ਐਸਾ ਕਰ ਦੇਵੇ। ਹੁਣ ਤੇ ਬੜੀ ਇੱਕ ਆਮ ਜਿਹੀਆਂ ਚੀਜ਼ਾਂ ਨੇ ਹਰ ਘਰ ਵਿੱਚ। ਜਦੋਂ ਤੁਸੀਂ ਚਾਹੋ ਘਰ ਵਿੱਚ ਹੁਣ ਤੇ ਬੜੀਆਂ ਬੋਤਲਾਂ ਆ ਗਈਆਂ ਨੇ, ਜਿਹੜੇ ਬੜੀ ਪੈਕਿੰਗ ਵਿੱਚ ਲੀਟਰ 1.5 ਲੀਟਰ ਔਰ ਫਿਰ ਛੋਟੇ ਕੈਨਸ ਵਿੱਚ ਆ ਗਈਆਂ ਨੇ। ਸਫ਼ਰ 'ਤੇ ਜਾਓ ਤਾਂ ਤੁਸੀਂ ਬੋਤਲ ਪੀ ਲੈਂਦੇ ਹੋ, ਘਰੋਂ ਬਾਹਰ ਨਿਕਲੋ ਤਾਂ ਪੀ ਲੈਂਦੇ ਹੋ, ਘਰ 'ਚ ਬੈਠੇ ਹੋ ਤਾਂ ਪੀ ਲੈਂਦੇ ਹੋ। ਹੁਣ ਤਾਂ ਇੱਕ ਆਮ ਗੱਲ ਹੋ ਗਈ ਹੈ। ਹੁਣ ਵੈਲਿਊ ਉਸ ਚੀਜ਼ ਦੀ ਉਨੀ ਨਹੀਂ ਰਹੀ ਹੈ ਜਿਹੜੀ ਸਾਡੇ ਜ਼ਮਾਨਿਆਂ 'ਚ ਜਿਹੜੀ ਵੈਲਿਊ ਸੀ ਇਹਨਾਂ ਚੀਜ਼ਾਂ ਦੀ। ਜਿਹੜਾ ਉਸ ਜ਼ਮਾਨੇ 'ਚ ਰਹੇ ਨੇ ਉਹਨਾਂ ਨੂੰ ਅੰਦਾਜ਼ਾ ਹੋਏਗਾ ਕੋਈ ਉਸ ਟ੍ਰੇਨ ਦੇ ਸਫ਼ਰ ਦਾ ਕਿ ਜਦੋਂ ਟ੍ਰੇਨ ਦਾ ਸਫ਼ਰ ਕਰਨਾ ਉਦੋਂ ਬੋਤਲ ਮਿਲਦੀ ਹੁੰਦੀ ਸੀ, ਜਾਂ ਕਿਸੇ ਦੇ ਘਰ ਜਾਂਦੇ ਸਾਂ ਤਾਂ ਬੋਤਲ ਪੀਣ ਨੂੰ ਮਿਲਦੀ ਹੁੰਦੀ ਸੀ। ਜੇ ਅਸੀਂ ਕਿਸੇ ਦੇ ਘਰ ਜਾਂਦੇ ਸਾਂ ਤਾਂ ਦਿਲ 'ਚ ਦੁਆਵਾਂ ਮੰਗਦੇ ਸਾਂ, ਅੱਲਾ ਮੀਆਂ ਸ਼ਰਬਤ ਨਾਲ ਲੈ ਕੇ ਆ ਜਾਣਾ, ਕਿਤੇ ਬੋਤਲਾਂ ਪਿਲਾ ਦੇਣ ਸਾਨੂੰ। ਤੇ ਇਸ ਤਰ੍ਹਾਂ ਫਿਰ ਅਸੀਂ ਦੁਆ ਮੰਗਣੇ ਹੁੰਦੇ ਸਾਂ ਕਿ ਐਸਾ ਸਾਨੂੰ ਬੋਤਲ ਪਿਲਾਉਣ, ਦਿਲ 'ਚ ਦੁਆ ਮੰਗਣੇ ਹੁੰਦੇ ਸਾਂ। ਤੇ ਜੇ ਬੋਤਲ ਆ ਜਾਂਦੀ ਸੀ ਨਾ, ਜਦੋਂ ਟਰੇ ਆਉਂਦਾ ਸੀ, ਓਏ ਹੋਏ ਐਸਾ ਅੱਖਾਂ ਨਾਲ ਦੇਖਣਾ ਤੇ ਖੁਸ਼ ਹੋ ਜਾਣਾ ਕਿ ਲੋ ਵੀ ਚਲੋ ਸ਼ੁਕਰ ਹੈ ਅੱਲਾ ਨੇ ਦੁਆ ਕਬੂਲ ਕਰ ਲਈ, ਬੋਤਲ ਆ ਗਈ ਜੇ। ਤੇ ਇਸ ਤਰ੍ਹਾਂ ਸਾਡੀਆਂ ਜਿਹੜਾ ਨਾ ਬਚਪਨ ਗੁਜ਼ਰਿਆ। ਹੁਣ ਤੇ ਇਹਨਾਂ ਚੀਜ਼ਾਂ ਦੀ ਇੱਕ ਸਮਝੋ ਆਦਤ ਹੋ ਗਈ। ਜ਼ਾਲਮਾ ਕੋਕਾ ਕੋਲਾ ਪਿਲਾ ਦੇ, ਤੇ ਜ਼ਾਲਮਾ ਕੋਕਾ ਕੋਲਾ ਪਿਲਾ ਦੇ। ਉਸ ਜ਼ਮਾਨੇ 'ਚ ਕੋਈ ਸਾਨੂੰ ਐਸਾ ਜ਼ਾਲਮ ਮਿਲਦਾ ਨਹੀਂ ਹੁੰਦਾ ਸੀ ਸਿਵਾਏ ਅੱਬੂ ਦੇ, ਜਿਹੜਾ ਸਾਨੂੰ ਕੋਕਾ ਕੋਲਾ ਪਿਲਾਉਂਦਾ। ਬਹਰਹਾਲ ਇਹ ਮੈਂ ਬਸ ਪੀਂਦੇ ਪੀਂਦੇ ਮੈਨੂੰ ਯਾਦ ਆ ਗਿਆ ਕਿ ਚਲੋ ਬਚਪਨ ਦੀ ਇੱਕ ਯਾਦ ਇਹ ਵੀ ਅਸੀਂ ਆਪਣੀ ਸ਼ੇਅਰ ਕਰ ਲਵਾਂ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਇੱਕ ਬੋਤਲ ਪੀਣ ਵਾਸਤੇ ਬੱਚੇ ਵਿਚਾਰੇ ਤੜਫਦੇ ਸਨ, ਸਿਸਕਦੇ ਸਨ ਤੇ ਬਿਲਬਿਲਾਉਂਦੇ ਸਨ। ਹੁਣ ਤੇ ਐਸਾ ਕੋਈ ਜ਼ਮਾਨਾ ਹੀ ਨਹੀਂ ਰਿਹਾ ਬਈ, ਹਰ ਸ਼ੈ ਬੱਚਿਆਂ ਦੀ ਦਸਤਰਸ ਵਿੱਚ। ਤੇ ਤੁਹਾਡੇ ਸਾਰਿਆਂ ਦੀ ਸੱਕ ਦੇ ਹਵਾਲੇ ਦੇ ਨਾਲ ਜਿਹੜੀ ਮੈਂ ਗੱਲ ਕੀਤੀ, ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਉਜ਼ਮਾ ਨੇ ਕਿਹਾ ਕਿ ਮੇਰੀ ਅੰਮੀ ਉਹਨੂੰ ਦਾਤਨ ਕਹਿੰਦੇ ਹੁੰਦੇ ਸਨ, ਤੇ ਉਹ ਕਹਿੰਦਾ ਤੇ ਉਜ਼ਮਾ ਬਹੁਤ ਅੱਛਾ ਤੁਸੀਂ ਮੈਨੂੰ ਯਾਦ ਦਿਲਾਇਆ ਕਿ ਦਾਤਨ ਦਾ ਲਫ਼ਜ਼ ਵੀ ਹੁੰਦਾ ਸੀ, ਮੈਂ ਭੁੱਲ ਗਈ ਕਿਉਂਕਿ ਅਸੀਂ ਜ਼ਿਆਦਾਤਰ ਸੱਕ ਹੀ ਕਿਹਾ ਨਾ, ਤੇ ਅਸੀਂ ਸੱਕ ਕਹਿੰਦੇ ਸਾਂ। ਤੇ ਇਸ ਤੋਂ ਫਿਰ ਮੈਨੂੰ ਦਾਤਨ ਵੀ ਕਿਹਾ ਜਾਂਦਾ ਸੀ। ਉਹਨੂੰ ਬਿਲਕੁਲ ਤੁਸੀਂ ਠੀਕ ਕਿਹਾ ਕਿ ਦਾਤਨ ਦਾ ਲਫ਼ਜ਼ ਹੁੰਦਾ ਸੀ ਤੇ ਉਹ ਕਰਦੇ ਸਾਂ। ਤੇ ਉਜ਼ਮਾ ਨੇ ਕਿਹਾ ਮੈਂ ਤੇ ਕਦੇ ਨਹੀਂ ਕੀਤਾ, ਮੈਨੂੰ ਤਾਂ ਸਾੜ ਪੈ ਜਾਂਦਾ ਸੀ ਬੁੱਲਾਂ ਤੇ ਮੈਂ ਕਦੇ ਨਹੀਂ ਕੀਤਾ। ਪਰ ਉਜ਼ਮਾ ਅਸੀਂ ਤੇ ਚੈਂਪੀਅਨ ਰਹੇ ਹਾਂ ਬਈ ਸੱਕ ਲਾਉਣ ਦੇ। ਤੇ ਇਸ ਤਰ੍ਹਾਂ ਸ਼ਮਾ ਨੇ ਵੀ ਕਿਹਾ ਕਿ ਬਾਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਜਿਹੜਾ ਤੁਹਾਡੀ ਜ਼ਿੰਦਗੀ 'ਚ ਕਦੀ ਨਹੀਂ ਹੁੰਦਾ, ਫਿਰ ਤੁਹਾਡੇ ਕੋਲ ਉਹ ਟਾਈਮ ਗੁਜ਼ਰ ਜਾਂਦਾ, ਫਿਰ ਉਹ ਵਾਕਈ ਬੜਾ ਯਾਦ ਆਉਂਦਾ। ਕੋਈ ਸ਼ਖਸ ਹੋਵੇ, ਕੋਈ ਜਗ੍ਹਾ ਹੋਵੇ, ਕੋਈ ਕੁਛ ਹੋਵੇ, ਫਿਰ ਉਹ ਬੜਾ ਯਾਦ ਆਉਂਦਾ। ਤਾਂ ਵਾਕਈ ਸਹੀ ਗੱਲ ਹੈ ਉਸ ਸ਼ਮਾ
ਕਿ ਜਦੋਂ ਕੋਈ ਚੀਜ਼ ਤੁਹਾਡੇ ਕੋਲ ਹੁੰਦੀ ਹੈ, ਕੋਈ ਸ਼ਖਸ ਤੁਹਾਡੇ ਕੋਲ ਹੁੰਦਾ ਹੈ, ਹੱਥਾਂ ਕਿ ਤੁਹਾਡੇ ਮਾਂ-ਬਾਪ ਹੀ ਤੁਹਾਡੇ ਕੋਲ ਹੁੰਦੇ ਨੇ ਨਾ, ਤੁਹਾਡੇ ਭੈਣਾਂ ਭਰਾ, ਤੁਸੀਂ ਸ਼ਾਇਦ ਉਸ ਤਰ੍ਹਾਂ ਉਹਨਾਂ ਨੂੰ, ਸਪੈਸ਼ਲੀ ਮਾਂ-ਬਾਪ ਦੀ, ਅਸੀਂ ਉਹਨਾਂ ਨਾਲ ਪਿਆਰ ਤੇ ਉਸ ਵੇਲੇ ਕਰ ਰਹੇ ਹੁੰਦੇ ਹਾਂ, ਅਸੀਂ ਉਹਨਾਂ ਨਾਲ ਮੁਹੱਬਤ ਵੀ ਕਰ ਰਹੇ ਹੁੰਦੇ ਹਾਂ, ਅਸੀਂ ਉਹਨਾਂ ਦੇ ਨਾਲ ਰਹਿ ਵੀ ਰਹੇ ਹੁੰਦੇ ਹਾਂ, ਕਰਨੇ ਆ, ਲੇਕਿਨ ਸਾਨੂੰ ਲੱਗਦਾ ਹੈ ਇਹ ਸਦਾ ਹੀ ਸਾਡੇ ਨਾਲ ਇਸ ਤਰ੍ਹਾਂ ਰਹਿਣੇ ਨੇ, ਇਹ ਸਦਾ ਹੀ ਬਸ ਇਸ ਤਰ੍ਹਾਂ ਚੱਲੇਗਾ ਕੰਮ, ਤੇ ਬਸ ਫਿਰ ਅਸੀਂ ਬੇਫਿਕਰੇ ਸਮਝੋ ਹੋ ਜਾਣੇ ਆ। ਜਦੋਂ ਸਾਡੇ ਕੋਲ ਚਲੇ ਜਾਂਦੇ ਨੇ ਨਾ, ਫਿਰ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਕੀ ਖੋ ਦਿੱਤਾ, ਕੀ ਗਵਾਚ ਗਿਆ ਵੇ ਸਾਡਾ, ਤੇ ਅਸੀਂ ਹੁਣ ਕਦੀ ਸਾਨੂੰ ਮਿਲਣਾ ਨਹੀਂ। ਉਹ ਸਭ ਤੋਂ ਕੀਮਤੀ ਚੀਜ਼ਾਂ ਸਾਡੀ ਜ਼ਿੰਦਗੀ ਦੀਆਂ ਤੇ ਸਾਡੇ ਕੋਲ ਵਿਛੜ ਜਾਂਦੀਆਂ ਨੇ। ਤੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਅੱਲਾਹ ਪਾਕ ਮਰਹੂਮੀਨ ਜਿਹੜੇ ਜਾ ਚੁੱਕੇ ਨੇ ਸਾਰੇ, ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਪਰ ਐ ਵੀ ਕਿ ਜਿਹੜੀ ਚੀਜ਼ ਤੁਹਾਡੇ ਕੋਲ ਨਾ ਹੋਵੇ ਨਾ, ਕਦਰ ਤੇ ਉਦੋਂ ਹੀ ਆਉਂਦੀ, ਉਸ ਤੋਂ ਪਹਿਲੇ ਕਦਰ ਨਹੀਂ ਆਉਂਦੀ। ਤੇ ਬਹਿਰਹਾਲ ਥੋੜੀ ਜਿਹੀ ਮੈਂ ਜਜ਼ਬਾਤੀ ਹੋ ਜਾਂਦੀ ਹਾਂ ਫਿਰ, ਕਿਉਂਕਿ ਮਾਂ-ਬਾਪ ਦਾ ਜ਼ਿਕਰ ਆਉਂਦਾ ਹੀ, ਕਿਹੜੀ ਅੱਖ ਹੈ ਜਿਹੜੀ ਭਿੱਜਦੀ ਨਾ ਹੋਏਗੀ, ਭਾਵੇਂ ਉਹ ਦੂਰ ਹੀ ਹੋਵੇ, ਮਾਂ-ਬਾਪ ਹਯਾਤ ਨੇ ਫਿਰ ਵੀ ਤੁਹਾਡੇ ਤੋਂ ਦੂਰ ਨੇ ਤਾਂ ਵੀ ਤੁਹਾਡੀ ਅੱਖ ਭਿੱਜ ਜਾਂਦੀ ਹੈ। ਜੇ ਹਯਾਤ ਨਹੀਂ ਨੇ ਫੌਰਨ, ਮੇਰੀ ਮਾਂ ਕਹਿੰਦੀ ਹੁੰਦੀ ਸੀ ਇੱਕ ਦਫਾ, ਜਦੋਂ ਅੰਮੀ ਨੇ ਕਿਸੇ ਸ਼ਾਦੀ ਕਹਿ ਰਹੀ ਹਾਂ, ਮਰਗ ਤੋਂ ਵਾਪਸ ਆਉਣਾ ਨਾ, ਤੇ ਉੱਥੇ ਅੰਮੀ ਨੇ ਰੋਣ ਲੱਗ ਜਾਣਾ, ਤੇ ਜਾਂ ਉੱਥੇ ਅਸੀਂ ਕਦੀ ਜਾਣਾ ਕੋਈ ਤੇ ਮੇਰੀ ਮਾਂ ਨੇ ਕਹਿਣਾ ਕਿ ਪੁੱਤਰ, ਇਹ ਹਰ ਕੋਈ ਆਪਣਿਆਂ ਨੂੰ ਰੋ ਰਿਹਾ ਹੁੰਦਾ, ਜਿਹੜਾ ਗਿਆ ਹੁੰਦਾ ਨਾ ਉਹਨੂੰ ਥੋੜੀ ਕੋਈ ਰੋਂਦਾ ਵੇ, ਹਰ ਕੋਈ ਆਪਣੇ ਨੂੰ ਉੱਥੇ ਬੈਠਾ ਰੋ ਰਿਹਾ ਹੁੰਦਾ ਵੇ, ਕਿ ਕਿਸੇ ਨੂੰ ਆਪਣੀ ਮਾਂ ਯਾਦ ਆ ਰਹੀ ਹੁੰਦੀ ਹੈ, ਕਿਸੇ ਨੂੰ ਆਪਣੀ ਭੈਣ ਯਾਦ ਆ ਰਹੀ ਹੁੰਦੀ ਹੈ, ਕਿਸੇ ਨੂੰ ਆਪਣਾ ਭਰਾ ਯਾਦ ਆ ਰਿਹਾ ਹੁੰਦਾ, ਹਰ ਕੋਈ ਉਸ ਮਰਗ ਵਾਲੇ ਘਰ 'ਚ ਬੈਠਾ ਆਪਣਿਆਂ ਨੂੰ ਹੀ ਰੋ ਰਿਹਾ ਹੁੰਦਾ। ਤੇ ਬਾਕੀ ਗੱਲ ਤਾਂ ਠੀਕ ਹੈ ਕਿ ਹਰ ਕੋਈ ਜਦੋਂ ਕਿਸੇ ਐਸੀ ਜਗ੍ਹਾ ਤੇ ਜਾਂਦੇ ਹਾਂ, ਕੋਈ ਜ਼ਿਕਰ ਸੁਣਨੇ ਆ, ਅਸੀਂ ਆਪਣਿਆਂ ਨੂੰ ਯਾਦ ਕਰਨੇ ਨਾ, ਕਿਸੇ ਦੇ ਵਾਲਿਦ ਦਾ ਜ਼ਿਕਰ ਆਉਂਦਾ ਵੇ ਤੇ ਅਸੀਂ, ਸਾਡੀ ਅੱਖ ਭਿੱਜ ਜਾਂਦੀ, ਆਪਣਾ ਬਾਪ ਯਾਦ ਆ ਜਾਂਦਾ ਵੇ। ਬਹਿਰਹਾਲ ਅੱਲਾਹ ਪਾਕ ਮਗਫਰਤ ਫਰਮਾਏ, ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੀ ਅੱਲਾਹ ਪਾਕ ਮਗਫਰਤ ਫਰਮਾਏ। ਤੇ ਸ਼ੀਲ ਨੇ ਵੀ ਕਿਹਾ ਕਿ ਬਾਜੀ ਅਸੀਂ ਕੀ ਕਹਿੰਦੇ ਨੇ, ਹਾਂ ਬਈ ਸ਼ੀਲ ਨੇ ਤੇ ਮੈਨੂੰ ਆਸਕਰ ਅਵਾਰਡ ਦੇ ਦਿੱਤਾ ਸੀ ਬਈ। ਸ਼ੀਲ ਨੇ ਕਿਹਾ ਕਿ ਬਾਜੀ ਤੁਹਾਡਾ ਆਸਕਰ ਮੇਰੇ ਵੱਲੋਂ ਤੇ ਪੱਕਾ ਵੇ ਬਈ, ਹੁਣ ਤੁਹਾਨੂੰ YouTube ਦੇ ਦੇਵੇ ਨਾ ਦੇਵੇ ਉਹ YouTube ਵਾਲਿਆਂ ਦੀ ਮਰਜ਼ੀ ਹੈ, ਮੇਰੇ ਵੱਲੋਂ ਆਸਕਰ ਪੱਕਾ ਜੇ। ਤਾਂ ਬਈ थैंक यू, शुक्रिया, मेहरबानी, नवाजिश करम, शुक्रिया, मेहरबानी, मुझे बख्श दी आपने जिंदगानी, नवाजिश करम, शुक्रिया, मेहरबानी। तो मैनू आयमा याद आ गई है, आयमा होंदी ना उन्हें जोर दी एक चीक मारनी सी। वो कहती खाला आपको हर बात पे गाना क्यों याद आ जाता है। मैं क्या हुण मैं की करा, खाला दी रूह अल्लाह ने ऐसी बना दी है, हुण खाला की करे उहदे विच कि खाला दी अल्लाह ने कोई ऐसा रूह पा दी है कि जड़ी थोड़ी शोखो चंचल कह लो, हसमुख कह लो, मौज मस्ती वाली कह लो, हुण की करे, अगर अल्लाह मैनूं ऐसी कोई रूह पा देंदा मेरे च जड़ी संजीदा दी हुंदी तो भी खाला उस तरह हो जाती। तो बहरहाल आयमा मेरे नाल बड़े मजाक करती रहिंदी ते असी दोनों लाहौर टूर पाकिस्तान टूर जिहड़ा कीता, बड़ा मज़ा आया सानू। तो चलो बई हुण साडे शील ने जिहड़ा मैनू आस्कर दे दिता वे, तो शील ने यह भी कहा कि बई मैं भी मन ली हुंदी सा सक, जो बचपन होंदे सा सक, हुण तो इत्थे कहंदे मिलदा ही नहीं है। तो जो असी बचपन च सक बड़ा मलिया वे, सक बड़ा कुदरती टीथ वाइटनिंग ते लिपस्टिक का काम करता है। उन्होंने भी यही कहा कि बई शील तुसीं भी मेरे नाल दे हो कि असी जिहड़ा है सक ਉਹ ਲਾने ਹੁੰਦੇ सा कि साढ़े बुल जड़े लाल हो जान, दंद भी साफ हो जान, पर बुल भी लाल हो जान। तो कल मैं मलिया ना, तो राती मेरी सिस्टर नाल गल हुई, उन्होंने मैं दसिया कि भई अज मैं सक मलिया। तो वो कहती ओए होए मेरा तो मिलता नहीं पिया, तो मल भी लिया। मैं क्या हाँ बई अज तो मैं मलिया सक, बड़ा चंगा लग्या वे मैनू। तो बहरहाल अज तुहाडे नाल मैं गपशप कर ली। हाँ मैं एक गल होर तुहानूं कहना चाहांगी कि वकार अजीम साहब का कल उन्होंने वीडियो देखा, व्लॉग देखा, तो उन्होंने मैसेज किया, बड़ा चंगा जिहा उन्होंने अच्छा मैसेज किया गया, बड़ा भी गुड करके इस तरह करके बनाया। तो बहुत शुक्रिया वकार अजीम साहब, तुहाडा बहुत बहुत शुक्रिया। वकार अजीम साहब मेरे ट्विटर फ्रेंड ने, ट्विटर तो उत्थों आए, किते घूमते फिरते आ गए, उन्होंने देख लिया तो उन्होंने कॉमेंट किया। बहुत शुक्रिया तुहाडीआं मुहब्बतां दा।
ਤੇ ਇਸ ਤਰ੍ਹਾਂ ਸ਼ਬੀਰ ਹੁਸੈਨ ਸਾਹਿਬ ਵੀ ਮੇਰੇ ਟਵਿੱਟਰ ਫਰੈਂਡ ਨੇ, ਤੇ ਇਹਨਾਂ ਨੇ ਵੀ ਇੱਥੇ ਮੈਨੂੰ ਕੀਤਾ, ਤੇ ਉਜ਼ਮਾ ਤੇ ਇਸਮਾਈਲ ਬੇਗ ਸਾਹਿਬ, ਇਹ 4 ਲੋਕ ਜਿਹੜੇ ਨੇ ਵਕਾਰ ਸਾਹਿਬ ਤੇ ਹੁਣ ਆਏ ਨੇ, ਅੱਗੇ ਵੀ ਪਹਿਲੇ ਵੀ ਇੱਕ ਆਉਂਦੇ ਨੇ, ਨਹੀਂ ਹੁਣ ਕਾਫੀ ਅਰਸੇ ਬਾਅਦ ਉਹ ਆਏ ਤੇ ਉਹਨਾਂ ਨੇ ਕਮੈਂਟ ਕੀਤਾ। ਲੇਕਿਨ ਇਸਮਾਈਲ ਬੇਗ ਸਾਹਿਬ, ਸ਼ਬੀਰ ਹੁਸੈਨ ਸਾਹਿਬ, ਉਜ਼ਮਾ, ਉਹ 3 ਲੋਕ ਮੈਨੂੰ ਟਵਿੱਟਰ ਤੋਂ ਮਿਲੇ ਤੇ ਮੇਰੇ ਬੜੇ ਪੱਕੇ ਅੱਛੇ ਫਰੈਂਡ ਬਣ ਗਏ, ਤੇ ਮੇਰੇ ਹੁਣ YouTube ਤੇ ਵੀ ਆਉਂਦੇ ਨੇ, ਮੇਰੇ ਨਾਲ ਕਰਦੇ ਨੇ YouTube ਵਿਹੜੇ 'ਚ। ਹੁਣ ਮੈਂ ਟਵਿੱਟਰ ਅੱਜ ਕੱਲ੍ਹ ਕਾਫੀ ਛੱਡ ਦਿੱਤਾ, ਉਸ ਪਾਸੇ ਨਹੀਂ ਜਾ ਰਹੀ ਹਾਂ, ਲੇਕਿਨ ਚਲੋ ਜਿਹੜੇ ਮੇਰੇ ਸਾਥੀ ਨੇ ਸਮਝਦੇ ਨੇ ਕਿ ਬਈ ਸਾਨੂੰ ਇਸ ਵਿਹੜੇ 'ਚ ਜਾ ਕੇ ਬੈਠਣਾ ਚਾਹੀਦਾ, YouTube ਦੇ ਸਾਨੂੰ ਕੋਈ ਗੱਲ ਸੁਣਨੀ ਚਾਹੀਦੀ ਹੈ, ਜਾਂ ਆਪਣੇ ਬਚਪਨ ਦਾ ਕੋਈ ਕਿੱਸਾ ਸੁਣਾਉਣਾ ਚਾਹੁੰਦੇ ਨੇ, ਉਹ ਮੇਰੇ ਨਾਲ ਆ ਕੇ ਰਲ ਜਾਂਦੇ ਨੇ, ਤੇ ਅਸੀਂ ਫਿਰ ਬੈਠ ਕੇ ਗੱਪਸ਼ਪ ਕਰ ਲੈਂਦੇ ਹਾਂ, ਤੇ ਅੱਛਾ ਸਾਡਾ ਟਾਈਮ ਗੁਜ਼ਰ ਜਾਂਦਾ ਵੇ, ਔਰ ਮੇਰਾ ਸਪੈਸ਼ਲੀ ਬਹੁਤ ਅੱਛਾ ਗੁਜ਼ਰਦਾ। ਸਾਰਾ ਦਿਨ ਕੰਮ ਕਰਨੀ ਆ, ਇਕੱਲੀ ਹੁੰਨੀ ਆ, ਤੇ ਫਿਰ ਇਸ ਤਰ੍ਹਾਂ, ਪਰ ਮੈਨੂੰ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਨਾ, ਥੋੜ੍ਹਾ ਜਿਹਾ ਮੇਰਾ ਦਿਲ ਹੋਰ ਹੋ ਜਾਂਦਾ ਵੇ। ਤੇ ਇਹ ਵੇ ਕਿ ਤੁਸੀਂ ਮੇਰੀ ਗੱਲ ਸੁਣ ਲੈਂਦੇ ਹੋ, ਤੇ ਵੀ ਤੁਹਾਡੇ ਵੀ ਹੌਸਲੇ ਦੀ ਦਾਤ ਦੇਣੀ ਪਏਗੀ। ਕੁਛ ਆਸ ਕਰਤੇ ਤੁਹਾਡੇ ਵਾਸਤੇ ਵੀ ਹੋਣੇ ਚਾਹੀਦੇ ਨੇ, ਕਿ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਹੋ, ਸੁਣਦੇ ਹੋ, ਤੇ ਉਹ ਫਿਰ ਤੁਹਾਡੇ ਵਾਸਤੇ ਵੀ ਕੋਈ ਖਾਸ ਇਨਾਮ ਹੋਣਾ ਚਾਹੀਦਾ ਵੇ। ਜਦੋਂ ਮੈਨੂੰ YouTube ਦੀ ਅਗਰ ਕਦੀ ਉਹ ਮਿਲੀ ਨਾ, ਉਹ ਜਿਹੜੀ ਸਿਲਵਰ ਪਲੇਟ ਜਿਹੜੀ ਆਈ, ਉਹ ਤੁਹਾਡੇ ਨਾਲ ਸਾਰਿਆਂ ਦੇ ਨਾਂ ਕਰ ਦੇਣੀ ਕਿ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਹੋ, ਤੁਸੀਂ ਮੈਨੂੰ ਸੁਣਦੇ ਹੋ ਇੰਨੀ ਦੇਰ। ਕਿਸੇ ਦੀ ਐਵੇਂ ਫਜ਼ੂਲ ਹੀ ਗੱਲਾਂ ਸੁਣਨੀਆਂ ਵੀ ਬੜੇ ਮਹਾਰਤ ਦਾ ਕੰਮ ਜੇ, ਇਹ ਆਸਾਨ ਨਹੀਂ, ਇਹਨੂੰ ਹਲਕਾ ਮਤ ਲੈਣਾ, ਇਸਕੋ बड़ा मुश्किल जान जोखम का काम है कि किसी दी ਐਵੇਂ ਜੀ ਗੱਲਾਂ ਬੈਠ ਕੇ ਸੁਣਦੇ ਰਹਿਣਾ। ਤੇ ਚਲੋ ਬਹੁਤ ਸ਼ੁਕਰੀਆ, ਤੁਸੀਂ ਮੇਰੇ ਵਿਹੜੇ 'ਚ ਆ ਕੇ ਬੈਠਦੇ ਹੋ, ਮੇਰੇ ਵਿਹੜੇ ਨੂੰ ਭਰਦੇ ਹੋ, ਸੱਜਦਾ ਵੇ ਵਿਹੜਾ, ਤੇ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਬਚਪਨ ਦੀਆਂ। ਤੇ ਤੁਸੀਂ ਮੈਨੂੰ ਬਸ ਹੁਣ ਸਾਰੇ ਜਿਨ੍ਹਾਂ ਨੇ ਅੱਜ ਕੋਕਾ ਕੋਲਾ ਬਚਪਨ 'ਚ ਜਿਸ ਸ਼ਕਲ 'ਚ ਪੀਤੀ ਹੈ ਨਾ, तरस तरस के पीती है, खुली डुली पीती है, ट्रेन के सफ़र च पीती है, बस के सफ़र च पीती है, महल्ले च पीती है, चोरी चोरी पैसे जमा करके पीती है। जिन्हें जिस तरह पीती है मैंने कॉमेंट करके ज़रूर दसियो कि वाफर मिकदार च दस्तियाब सी तुहानूं इस तरह, या साडे वर्गा ही हाल सी कि साल बाद अब्बू वाल देखने होंदे सां कि अब्बू जी पिला देण कोका कोला तो पी लईए। तो तुसीं फिर मैनूं कॉमेंट करके ज़रूर दसियो, तो फिर मिलने आ इंशाअल्लाह। ਅਸੀਂ ਇਸ ਤਰ੍ਹਾਂ ਹੀ ਆਪਣੇ ਬਚਪਨ ਦੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਵਾਂਗੇ ਤੇ ਗੱਲਾਂ ਕਰਦੇ ਰਵਾਂਗੇ ਆਪਸ ਵਿੱਚ। ਤੇ ਮੇਰੇ ਵੱਲੋਂ ਅੱਲਾ ਹਾਫਿਜ਼ ਤੇ ਰੱਬ ਰਾਖਾ।